ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਸਤਿਗੁਰੂ ਜੀ ਨੇ ਜੇਠ ਮਹੀਨੇ ਵਿੱਚ ਜੁੜਨ ਦੀ ਗੱਲ ਕੀਤੀ ਹੈ। ਜੁੜਨਾ ਕਿਹਦੇ ਨਾਲ ਹੈ? ਅੱਗੇ ਸਤਿਗੁਰੂ ਜੀ ਨੇ ਉਹ ਵੀ ਸਮਝਾਇਆ, ਜਿਸ ਅੱਗੇ ਸਭ ਨਿਵਨ, ਜਿਸ ਨੂੰ ਸਾਰੇ ਝੁਕ ਕੇ ਨਮਸਕਾਰ ਕਰਦੇ ਨੇ, ਜਿਹਦੇ ਅੱਗੇ ਸਾਰੀ ਲੋਕਾਈ, ਸਾਰੀ ਸ੍ਰਿਸ਼ਟੀ ਨਕਮਸਤਕ ਹੁੰਦੀ ਹੈ। ਉਸ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਭਾਈ ਜੁੜਨਾ ਕਰ, ਉਹਨੂੰ ਸੀਸ ਨਵਾ ਜੋ ਸਭ ਨਾਲੋਂ ਵੱਡਾ ਹੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਸ਼ਚਲ ਚਵਰ ਛਤ। ਜੋ ਵੱਡਿਆਂ ਤੋਂ ਵੀ ਵੱਡਾ ਹੈ, ਜਿਹਦਾ ਦਰਬਾਰ ਵੱਡਾ ਹੈ। ਜਿਸ ਬਾਬਤ ਆਪਾਂ ਬਚਨ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੇ ਅੰਦਰ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੁਣ ਸਤਿਗੁਰੂ ਜੀ ਨੇ ਸਮਝਾਇਆ ਵੀ ਉਹ ਪਰਮਾਤਮਾ ਬੇਅੰਤ ਹੈ, ਉਹਦਾ ਕਿਸੇ ਨੂੰ ਅੰਤ ਨਹੀਂ ਲੱਭਾ। ਜਿਨ੍ਹਾਂ ਨੇ ਵੀ ਉਸ ਪਰਿਪੂਰਨ ਪਰਮਾਤਮਾ ਨੂੰ ਬਿਆਨ ਕਰਨਾ ਚਾਹਿਆ, ਆਖਰ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਪਰਮਾਤਮਾ ਬੇਅੰਤ ਹੈ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਨ੍ਹਾਂ ਨੇ ਬਿਆਨ ਕਰਨ ਦਾ ਯਤਨ ਕੀਤਾ, ਉਹਨਾਂ ਦੀ ਉਮਰ ਮੁੱਕ ਗਈ, ਸੰਸਾਰ ਤੋਂ ਰੁਖਸਤ ਹੋ ਗਏ। ਪਰ ਪਰਿਪੂਰਨ ਪਰਮਾਤਮਾ ਨੂੰ ਕਿਸੇ ਨੂੰ ਅੰਤ ਨਹੀਂ ਲੱਭਾ। ਭੀ ਤੇਰੀ ਕੀਮਤ ਨਾ ਪਵੈ, ਹੋ ਕੇਵੜ ਆਖਾਂ ਨਾਉ। ਹੁਣ ਸਤਿਗੁਰੂ ਜੀ ਨੇ ਸਮਝਾ ਦਿੱਤਾ, ਭਾਈ ਇਸ ਜੇਠ ਦੇ ਮਹੀਨੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜਨਾ ਕਰ, ਜਿਸ ਅੱਗੇ ਸਾਰੀ ਸ੍ਰਿਸ਼ਟੀ ਨਿਵਦੀ ਹੈ, ਜਿਹਨੂੰ ਸਾਰਾ ਸੰਸਾਰ ਝੁਕ ਕੇ ਨਮਸਕਾਰ ਕਰਦਾ ਹੈ, ਜੋ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਸਮਸਤ ਜੀਵਾਂ ਨੂੰ ਜੋ ਪਾਲਣ ਵਾਲਾ ਹੈ, ਸਭਨਾਂ ਦੀਆਂ ਜੋ ਅਰਜ਼ੋਈਆਂ ਅਰਦਾਸਾਂ ਬੇਨਤੀਆਂ ਸੁਣਨ ਵਾਲਾ ਹੈ, ਜਿਸ ਦੇ ਚੇਤੇ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ, ਉਸ ਮਾਲਕ ਨੂੰ ਤੂੰ ਵੀ ਚੇਤੇ ਕਰ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਉਸ ਮਾਲਕ ਦੇ ਚੇਤੇ ਵਿੱਚ, ਵਾਹਿਗੁਰੂ ਦੀ ਯਾਦ ਵਿੱਚ ਸਾਰਾ ਸੰਸਾਰ ਚੱਲ ਰਿਹਾ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਇਂਦਾ। ਉਸ ਮਾਲਕ ਨੂੰ ਚੇਤੇ ਕਰ, ਉਹਨੂੰ ਯਾਦ ਕਰ, ਜੋ ਸਭ ਨਾਲੋਂ ਵੱਡਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਭਾਈ ਉਸ ਵੱਡੇ ਨਾਲ ਜੁੜੇਗਾ ਤਾਈਓ ਭਾਈ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਣੀ ਹੈ। ਜਿੱਥੇ ਮਿਲਾਪ ਹੈ ਵਾਹਿਗੁਰੂ ਜੀ ਦੇ ਨਾਲ, ਉੱਥੇ ਆਤਮਿਕ ਆਨੰਦ ਹੈ, ਉੱਥੇ ਜੀਵਨ ਚ ਆਤਮਿਕ ਸੁੱਖ ਹੈ, ਖੇੜਾ ਹੈ, ਉੱਥੇ ਤ੍ਰਿਪਤੀ ਹੈ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਵੀ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਨੇ, ਜੁੜਨ ਵਾਲਿਆਂ ਨੂੰ ਲਾਭ ਕੀ ਹੈ? ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬਨ, ਦਾਵਣ ਤੋਂ ਭਾਵੈ ਪੱਲਾ। ਹੁਣ ਸਤਿਗੁਰੂ ਜੀ ਨੇ ਤੇ ਇਹ ਗੱਲ ਸਮਝਾਈ ਹੈ, ਜਿਹੜੇ ਵਾਹਿਗੁਰੂ ਜੀ ਦੇ ਲੜ ਲੱਗ ਗਏ ਨੇ, ਜਿਨ੍ਹਾਂ ਦੀ ਸਾਂਝ ਵਾਹਿਗੁਰੂ ਜੀ ਦੇ ਨਾਲ ਬਣ ਗਈ ਹੈ, ਜੋ ਹਰੀ ਸੱਜਣ ਦੇ ਲੜ ਲੱਗੇ, ਉਹਨਾਂ ਨੂੰ ਫਿਰ ਪਰਿਪੂਰਨ ਪਰਮਾਤਮਾ ਜਮ ਆਦਿਕ ਦੇ ਵਸ ਨਹੀਂ ਪੈਣ ਦਿੰਦਾ। ਭਾਵ ਉਹ ਜਮਾਂ ਦੀ ਮਾਰ ਸਿਹੜਨ ਤੋਂ ਬਚ ਜਾਂਦੇ ਨੇ। ਪ੍ਰਭੂ ਦੇ ਲੜ ਲੱਗਿਆ ਜਮਾਂ ਦਾ ਜਿਹੜਾ ਡਰ, ਉਹ ਮਨੁੱਖ ਦੇ ਹਿਰਦੇ ਵਿੱਚੋਂ ਨਿਕਲ ਜਾਂਦਾ ਹੈ। ਇਹ ਸੱਚਾਈ ਹੈ। ਜਦੋਂ ਮਨੁੱਖ ਬਾਣੀ ਦੇ ਨਾਲ ਜੁੜਦਾ ਹੈ, ਜਿਵੇਂ ਜਿਵੇਂ ਸ਼ਬਦ ਨੂੰ ਖੋਜਦਾ ਹੈ, ਸ਼ਬਦ ਦੀ ਕਮਾਈ ਕਰਦਾ, ਜੀਵਨ ਵਿੱਚ ਤਬਦੀਲੀ ਹੁੰਦੀ ਹੈ। ਫਿਰ ਮਨੁੱਖ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਕੋਲੋਂ ਝੂਠਾ ਡਰਦਾ, ਬਚਨ ਹੁੰਦਾ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਹਰ ਸੱਜਣ ਦਾਵਨ ਲੱਗਿਆ, ਕਿਸੇ ਨਾ ਦੇਈ ਬਨ। ਇੱਥੇ ਗੁਰੂ ਸਾਹਿਬ ਜੀ ਨੇ ਇਹੀ ਗੱਲ ਸਮਝਾਈ ਹੈ। ਭਾਈ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਕਿਸੇ ਜਮ ਆਦਿਕ ਨੂੰ ਫਿਰ ਆਗਿਆ ਨਹੀਂ ਦਿੰਦਾ ਕਿ ਬਨ ਕੇ ਅੱਗੇ ਲਾ ਲਏ। ਮਨੁੱਖ ਜਮਾਂ ਦੀ ਮਾਰ ਸਿਹੜਨ ਤੋਂ ਬਚ ਜਾਂਦਾ ਹੈ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾ ਹੀ ਸਨ। ਹੁਣ ਆਮ ਸੰਸਾਰਕ ਲੋਕਾਂ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਨੇ, ਵੀ ਜੋ ਸਾਡੀ ਹਾਲਤ ਹੈ ਆਮ ਕਰਕੇ, ਜੋ ਸੰਸਾਰੀ ਮਨੁੱਖ ਨੇ ਹੀਰੇ ਮੋਤੀ ਲਾਲ ਦੁਨਿਆਵੀ ਮਾਇਆ ਇਕੱਤਰ ਕਰਨ ਵਿੱਚ ਉਹਨਾਂ ਦਾ ਜਿਹੜਾ ਜੀਵਨ ਵਿਅਰਥ ਲੰਘਦਾ ਜਾ ਰਿਹਾ ਹੈ।
ਦੁਨਿਆਵੀ ਧਨ ਇਕੱਤਰ ਕਰਨ ਤੱਕ ਹੀ ਸਾਡੀ ਭੱਜ ਦੌੜ ਹੈ। ਦਿਨ ਰਾਤ ਮਨੁੱਖ ਨੇ ਇੱਕ ਕੀਤਾ ਹੋਇਆ ਵੀ ਕਿਸੇ ਵੀ ਢੰਗ ਦੇ ਨਾਲ ਮਾਇਆ ਆਵੇ, ਬਸ ਆਉਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਆਖਦੇ ਨੇ ਇਹ ਜਿਹੜਾ ਦੁਨਿਆਵੀ ਧਨ ਹੈ ਭਾਈ, ਇਹਨੂੰ ਜੇਕਰ ਤੂੰ ਇਕੱਤਰ ਵੀ ਕਰ ਲਵੇਂ, ਫਿਰ ਮਨੁੱਖ ਦੇ ਮਨ ਅੰਦਰ ਖਦਸ਼ਾ, ਇੱਕ ਡਰ ਬਣਿਆ ਰਹਿੰਦਾ ਵੀ ਕਿਤੇ ਚੋਰ ਚੋਰੀ ਨਾ ਕਰ ਲੇ, ਕਿਤੇ ਘਾਟਾ ਨਾ ਪੈ ਜੇ, ਨੁਕਸਾਨ ਨਾ ਹੋ ਜੇ। ਆਖਰ ਮਨੁੱਖ ਜੋੜ ਕੇ ਸੰਸਾਰ ਤੋਂ ਖਾਲੀ ਹੱਥ ਰੁਖਸਤ ਹੋ ਜਾਂਦਾ ਹੈ। ਇਹ ਸਭ ਜੋੜਿਆ ਹੋਇਆ ਧਨ ਇੱਥੇ ਹੀ ਰਹਿ ਜਾਂਦਾ ਹੈ ਤੇ ਇਹੀ ਮੁੜ ਕੇ ਲੜਾਈ ਦਾ ਕਾਰਨ ਬਣ ਜਾਂਦਾ ਹੈ। ਆਪਾਂ ਵੇਖਿਆ ਨਾ ਵੀ ਜਦੋਂ ਮਨੁੱਖ ਬਹੁਤਾ ਧਨ ਛੱਡ ਕੇ ਸੰਸਾਰ ਤੋਂ ਰੁਖਸਤ ਹੁੰਦਾ ਹੈ, ਪਿੱਛੇ ਪਰਿਵਾਰ ਵਿੱਚ ਫਿਰ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੈ ਵੀ ਤੈਨੂੰ ਵੱਧ ਮਿਲਿਆ, ਮੈਨੂੰ ਘੱਟ ਮਿਲਿਆ। ਕਿਉਂਕਿ ਉਦੋਂ ਵਡਵਾਉਣ ਵਾਲੇ ਧੀਆਂ ਪੁੱਤਰ ਭੈਣ ਭਰਾ ਸਾਰੇ ਹੀ ਆ ਖੜਾਉਂਦੇ ਨੇ। ਪਰ ਗੁਰੂ ਸਾਹਿਬ ਆਖਦੇ ਨੇ ਭਾਈ, ਜੇਕਰ ਤੇਰੇ ਕੋਲੇ ਨਾਮ ਰੂਪੀ ਧਨ ਹੈ, ਤੂੰ ਪਰਮੇਸ਼ਰ ਦਾ ਨਾਮ ਜਪਿਆ, ਤੂੰ ਨਾਮ ਧਨ ਇਕੱਤਰ ਕੀਤਾ, ਫਿਰ ਭਾਈ ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਕੋਈ ਰਿਸ਼ਤੇਦਾਰ ਸਾਖ ਸੰਬੰਧੀ ਪਰਿਵਾਰ ਵਾਲਾ ਤੇਰੇ ਕੋਲੋਂ ਵੰਡਵਾ ਨਹੀਂ ਸਕਦਾ। ਤੂੰ ਨਾਮ ਜਪਿਆ ਭਾਈ, ਲਾਭ ਵੀ ਤੈਨੂੰ ਹੀ ਹੈ। ਹੁਣ ਗੁਰੂ ਸਾਹਿਬ ਨੇ ਤੇ ਵੀ ਗੱਲ ਸਮਝਾਈ ਹੈ ਵੀ ਪੁਰਾਣੇ ਸਮੇਂ ਵਿੱਚ ਜਿਹੜੇ ਚੋਰ ਨੇ ਸੰਨ ਲਾ ਕੇ, ਪਾੜ ਲਾ ਕੇ ਚੋਰੀ ਕਰਿਆ ਕਰਦੇ ਸਨ, ਪਰ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਨ ਲੱਗਿਆ ਨਾ ਹੀ ਸੰਨ, ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ। ਬਚਨ ਵੀ ਹੁੰਦਾ ਹੈ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ। ਜਲ ਨਹੀਂ ਡੁੱਬੇ ਭਾਵ ਪਾਣੀ ਡੁਬੋ ਨਹੀਂ ਸਕਦਾ। ਤਸਕਰ ਨਹੀਂ ਲੇਵੈ, ਤਸਕਰ ਤੋਂ ਭਾਵ ਹੈ ਚੋਰ, ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ। ਭਾਹੇ ਨਾ ਸਾਕੈ ਜਾਲੇ, ਅੱਗ ਇਹਨੂੰ ਭਾਈ ਸਾੜ ਨਹੀਂ ਸਕਦੀ। ਸਰੀਰ ਭਾਵੇਂ ਸੜ ਕੇ ਸੁਆਹ ਹੋ ਜੇ, ਪਰ ਜਿਹੜਾ ਪਰਮੇਸ਼ਰ ਦਾ ਨਾਮ ਜਪਿਆ, ਗੁਰੂ ਸਾਹਿਬ ਆਖਦੇ ਨੇ ਭਾਈ ਉਹਨੇ ਅੰਤ ਤੱਕ ਤੇਰੇ ਨਾਲ ਨਿਭਣਾ। ਇੱਕ ਵਸਤੂ ਹੈ ਜੋ ਵਾਹਿਗੁਰੂ ਦੇ ਦਰਬਾਰ ਤੱਕ ਸਾਡੇ ਨਾਲ ਜਾਣੀ ਹੈ, ਉਹ ਹੈ ਸਾਡਾ ਜਪਿਆ ਹੋਇਆ ਨਾਮ, ਸਾਡੀ ਕੀਤੀ ਹੋਈ ਭਜਨ ਬੰਦਗੀ। ਬਾਕੀ ਸਭ ਕੁਝ ਅਸੀਂ ਇੱਥੇ ਛੱਡ ਕੇ ਜਾਣਾ। ਮਨੁੱਖ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਤੁਰ ਜਾਂਦਾ। ਬਚਨ ਹੁੰਦਾ ਨਾਂਗੇ ਆਣਾ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਜਦੋਂ ਮਨੁੱਖ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਨਾ, ਸਾਂਝ ਬਣਦੀ ਹੈ, ਫਿਰ ਇਹ ਸਮਝ ਲੱਗ ਜਾਂਦੀ ਹੈ ਪ੍ਰਮਾਤਮਾ ਦੇ ਜਿੰਨੇ ਵੀ ਕੋਤਕ ਹੋ ਰਹੇ ਨੇ ਨਾਮ ਧਨ ਦੀ ਬਰਕਤ ਸਦਕਾ, ਉਹ ਸਾਰੇ ਹੀ ਫਿਰ ਮਨ ਨੂੰ ਪਿਆਰੇ ਲੱਗਦੇ ਨੇ। ਭਾਵ ਮਨੁੱਖ ਨੂੰ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਆ ਜਾਂਦਾ ਹੈ। ਆਮ ਕਰਕੇ ਸਾਨੂੰ ਸੁੱਖ ਹੀ ਪ੍ਰਮਾਤਮਾ ਦੀ ਦਾਤ ਨਜ਼ਰ ਆਉਂਦਾ ਹੈ, ਅਮੀਰੀ ਹੀ ਪ੍ਰਮਾਤਮਾ ਦੀ ਦਾਤ ਲੱਗਦੀ ਹੈ। ਪਰ ਜਦੋਂ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ, ਫਿਰ ਜੀਵਨ ਵਿੱਚ ਭਾਵੇਂ ਦੁੱਖ ਹੈ, ਭੁੱਖ ਹੈ, ਤਾਂ ਵੀ ਮਨੁੱਖ ਨੂੰ ਕਬੂਲ ਕਰ ਲੈਂਦਾ ਹੈ ਪ੍ਰਮਾਤਮਾ ਦੀ ਦਾਤ ਸਮਝ ਕੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਹੁੰਦਾ ਹੈ, ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਫਿਰ ਦੁੱਖ ਹੈ, ਭੁੱਖ ਹੈ, ਮਨੁੱਖ ਨੂੰ ਇਹ ਵੀ ਪ੍ਰਮਾਤਮਾ ਦੀ ਦਾਤ ਨਜ਼ਰ ਆਉਂਦਾ ਹੈ। ਇਹਨਾਂ ਨੂੰ ਵੀ ਮਨੁੱਖ ਹੱਸ ਕੇ ਕਬੂਲ ਕਰ ਲੈਂਦਾ ਹੈ। ਜਿੱਥੇ ਸੁੱਖ ਪ੍ਰਮਾਤਮਾ ਦੀ ਦਾਤ ਪਿਆਰੀ ਲੱਗਦੀ ਹੈ ਤੇ ਦੁੱਖ ਵੀ ਫਿਰ ਪਿਆਰਾ ਲੱਗਦਾ ਹੈ। ਕਹਿਣ ਤੋਂ ਭਾਵ ਵੀ ਪਰਮਾਤਮਾ ਦੇ ਨਾਮ ਵਿੱਚ ਜਦੋਂ ਹਿਰਦਾ ਰੰਗਿਆ ਜਾਂਦਾ, ਫਿਰ ਪਰਮਾਤਮਾ ਜਿਸ ਰਜਾ ਵਿੱਚ ਰੱਖੇ, ਉਸੇ ਰਜਾ ਵਿੱਚ ਮਨੁੱਖ ਰਾਜੀ ਰਹਿ ਕੇ ਪਰਮਾਤਮਾ ਦੀ ਉਸਤਤੀ ਕਰਦਾ ਹੈ ਤੇ ਉਹ ਸਾਰੇ ਹੀ ਫਿਰ ਪਰਮਾਤਮਾ ਦੇ ਕੀਤੇ ਹੋਏ ਕੋਤਕ ਰੰਗ ਮਨ ਨੂੰ ਪਿਆਰੇ ਲੱਗਣ ਲੱਗ ਪੈਂਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਇਹ ਵੀ ਗੱਲ ਸਮਝ ਆ ਜਾਂਦੀ ਹੈ, ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਹੋਏ ਜੀਵ ਉਹੀ ਕੁਝ ਕਰਦੇ ਨੇ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜੋ ਉਹਨੂੰ ਭਾਏ। ਉਹਨੇ ਸਾਰੇ ਸੰਸਾਰ ਨੂੰ ਰਚਿਆ, ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਭਾਂਤ ਭਾਂਤ ਦੇ ਜੀਵਾਂ ਨੂੰ ਪ੍ਰਮਾਤਮਾ ਨੇ ਸਿਰਜਿਆ, ਪਰ ਜੀਵ ਉਹੀ ਕੰਮ ਕਰਦੇ ਨੇ ਜੋ ਪ੍ਰਮਾਤਮਾ ਕਰਾਉਂਦਾ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰ। ਇਹ ਆਪਣੀ ਮਰਜ਼ੀ ਨਹੀਂ। ਇਹ ਗੱਲ ਵੀ ਕਹਿੰਦੇ ਨਾਮ ਜਪਣ ਵਾਲੇ ਨੂੰ ਸਮਝ ਲੱਗ ਜਾਂਦੀ ਹੈ ਵੀ ਜਿਹੜਾ ਜੀਵਨ ਹੈ, ਜੋ ਅਸੀਂ ਜੀਵਨ ਬਤੀਤ ਕਰ ਰਹੇ ਹਾਂ, ਇਹ ਪ੍ਰਮਾਤਮਾ ਦੀ ਰਜ਼ਾ ਵਿੱਚ, ਪ੍ਰਮਾਤਮਾ ਦੇ ਹੁਕਮ ਸਭ ਕੁਝ ਚੱਲ ਰਿਹਾ ਹੈ। ਕੱਲਾ ਸਾਡਾ ਹੀ ਜੀਵਨ ਨਹੀਂ, ਸਮੁੱਚਾ ਸੰਸਾਰ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਵੱਜਾ ਕਾਰ ਕਰ ਰਿਹਾ ਹੈ। ਹੁਕਮੈ ਅੰਦਰ ਸਭ ਕੋ
ਵੇਖ ਨਦਰੀ ਹੇਠ ਚਲਾਇੰਦਾ। ਉਹਦੀ ਨਦਰ ਵਿੱਚ, ਉਹਦੀ ਕਿਰਪਾ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ। ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਸਿਫਤ ਸਲਾਹ ਦੀ ਦਾਤ ਬਖਸ਼ੀ ਹੈ, ਜੋ ਭਜਨ ਬੰਦਗੀ ਕਰਦੇ ਨੇ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਨਾਮ ਦੀ ਦਾਤ ਬਖਸ਼ ਦਿੱਤੀ ਹੈ, ਉਹਨਾਂ ਨੂੰ ਫਿਰ ਜਗਤ ਵਿੱਚ ਸ਼ਾਬਾਸ਼ ਮਿਲਦੀ ਹੈ। ਭਾਵ ਉਹਨਾਂ ਦੀ ਜਗਤ ਵਿੱਚ ਸੋਭਾ ਵਡਿਆਈ ਹੁੰਦੀ ਹੈ। ਸਾਧ ਸੰਗਤ ਜੀ, ਆਪਾਂ ਭਲੀ ਭਾਂਤ ਜਾਣਦੇ ਆ ਵੀ ਪੈਸਿਆਂ ਦੇ ਨਾਲ, ਧਨ ਦੌਲਤ ਦੇ ਨਾਲ ਜਿਹੜੀ ਵਡਿਆਈ ਹੈ, ਉਸ ਤੱਤੀ ਇਹਨੂੰ ਖਰੀਦਿਆ ਨਹੀਂ ਜਾ ਸਕਦਾ। ਜਿਹੜੀ ਸੋਭਾ ਹੈ, ਸੰਸਾਰ ਅੰਦਰ ਵਡਿਆਈ ਮਿਲਦੀ ਹੈ, ਪਰਮੇਸ਼ਰ ਜਿਹਨੂੰ ਦਵਾਵੇ ਉਸ ਨੂੰ ਮਿਲਦੀ ਹੈ। ਨਾਲ ਇਹ ਵੀ ਸਤਿਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਹੈ, ਭਾਈ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਵਾਹਿਗੁਰੂ ਦੇ ਦਿੱਤੇ ਹੋਏ ਨਾਮ ਨੂੰ ਜਿਵੇਂ ਜਿਵੇਂ ਜਪਦਾ ਹੈ, ਉਵੇਂ ਉਵੇਂ ਗੁਰੂ ਸਾਹਿਬ ਆਖਦੇ ਨੇ ਜਗਤ ਵਿੱਚ ਭਾਈ ਸੋਭਾ ਖਿਲਰਦੀ ਹੈ। ਇਹ ਲੋਕ ਵੀ ਸਵਰ ਜਾਂਦਾ ਹੈ ਤੇ ਪਰਲੋਕ ਵੀ ਸਵਰ ਜਾਂਦਾ ਹੈ। ਕਹਿਣ ਤੋਂ ਭਾਵ ਜਿਉਂਦੇ ਜੀਵੀ ਮਨੁੱਖ ਸੰਤੋਖੀ ਹੋ ਕੇ ਆਤਮਿਕ ਆਨੰਦ ਨੂੰ ਮਾਣਦਾ ਹੈ ਤੇ ਪਰਲੋਕ ਵਿੱਚ ਗਿਆ ਵੀ ਉੱਥੇ ਮਨੁੱਖ ਨੂੰ ਸਤਿਕਾਰਿਆ ਜਾਂਦਾ ਹੈ, ਉੱਥੇ ਜਾ ਕੇ ਵੀ ਸਤਿਕਾਰ ਮਿਲਦਾ। ਅੱਗੇ ਕਿਰਪਾ ਕੀਤੀ ਹੈ, ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਪਰ ਪਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲਦਾ। ਗੁਰੂ ਸਾਹਿਬ ਆਖਦੇ ਨੇ, ਜੇ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੋਵੇ ਤਾਂ ਜੀਵ ਉਸ ਤੋਂ ਵਿਛੜ ਕੇ ਫਿਰ ਦੁਖੀ ਨਾ ਹੁੰਦੇ। ਇੱਥੇ ਗੱਲ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤੀ ਹੈ ਵੀ ਆਪਣੀ ਸਿਆਣਪ, ਆਪਣੀ ਚਤੁਰਾਈ ਦੇ ਨਾਲ ਜਾਂ ਦੁਨਿਆਵੀ ਵਿਦਿਆ ਪੜ੍ਹ ਕੇ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਜੇ ਇਸ ਤਰ੍ਹਾਂ ਹੁੰਦਾ ਤੇ ਫਿਰ ਜੀਵ ਉਹਦੇ ਤੋਂ ਵਿਛੜਦੇ ਨਾ ਤੇ ਵਿਛੜ ਕੇ ਦੁਖੀ ਨਾ ਹੁੰਦੇ। ਪਰਮਾਤਮਾ ਮਿਲਿਆ ਉਹਨਾਂ ਨੂੰ ਹੈ ਜਿਨ੍ਹਾਂ ਨੇ ਦਿਲੋਂ ਸੱਚੇ ਮਨ ਦੇ ਨਾਲ ਪਰਮਾਤਮਾ ਨੂੰ ਯਾਦ ਕੀਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਸਾਚ ਕਹੂੰ ਸੁਨ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਿਆਰ ਕੀਤਾ ਹੈ ਪਰਮਾਤਮਾ ਨੂੰ ਦਿਲੋਂ, ਉਹਨਾਂ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਵਾਹਿਗੁਰੂ ਪ੍ਰੇਮ ਦਾ ਭੁੱਖ ਹੈ। ਜਿਨ੍ਹਾਂ ਨੇ ਪ੍ਰੇਮ ਵਿੱਚ ਭਿੱਜ ਕੇ ਪ੍ਰੇਮਾ ਭਗਤੀ ਕੀਤੀ ਹੈ, ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ। ਭੋਲੇ ਭਾਈ ਮਿਲੇ ਰਘੁਰਾਇਆ। ਇਹ ਨਹੀਂ ਕਿ ਦੁਨਿਆਵੀ ਵਿਦਿਆ ਬਹੁਤ ਹੈ ਤੇ ਪਰਮਾਤਮਾ ਮਿਲ ਜੇਗਾ, ਐਸਾ ਨਹੀਂ। ਪਰਮਾਤਮਾ ਤਾਂ ਸਾਡੇ ਪਿਆਰ ਨੂੰ ਵੇਖਦਾ ਹੈ, ਸਾਡੀ ਭਾਵਨਾ ਨੂੰ ਵੇਖਦਾ ਹੈ ਕਿ ਕਿਸ ਭਾਵਨਾ ਦੇ ਨਾਲ ਅਸੀਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਅੱਗੇ ਕਿਰਪਾ ਕੀਤੀ ਹੈ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ। ਹੇ ਨਾਨਕ, ਪ੍ਰਭੂ ਦੇ ਮਿਲਾਪ ਦੇ ਆਨੰਦ, ਜੋ ਮਿਲਾਪ ਦਾ ਆਨੰਦ ਹੈ, ਦੇਖੋ ਮਿਲਾਪ ਵਿੱਚ ਆਨੰਦ ਹੈ ਤੇ ਵਿਛੋੜੇ ਵਿੱਚ ਦੁੱਖ ਹੈ। ਜੇਕਰ ਵਾਹਿਗੁਰੂ ਦੇ ਨਾਲ ਅਸੀਂ ਵਿਛੜ ਗਏ ਹਾਂ, ਦੂਰੀ ਬਣ ਗਈ ਹੈ, ਫਿਰ ਆਨੰਦ ਦੀ ਕਲਪਨਾ ਨਹੀਂ ਕਰ ਸਕਦੇ। ਜੀਵਨ ਵਿੱਚ ਫਿਰ ਦੁੱਖ ਹੀ ਦੁੱਖ ਨੇ। ਜਿੱਥੇ ਵਿਛੋੜ ਹੈ ਉੱਥੇ ਦੁੱਖ ਹੈ, ਤੇ ਜਿੱਥੇ ਮਿਲਾਪ ਹੈ ਉੱਥੇ ਆਨੰਦ ਹੈ। ਗੁਰੂ ਸਾਹਿਬ ਆਖਦੇ ਨੇ, ਉਹੀ ਜੀਵ ਮਿਲਾਪ ਦੇ ਆਨੰਦ ਨੂੰ ਮਾਣਦੇ ਨੇ, ਆਤਮਿਕ ਆਨੰਦ ਨੂੰ ਮਾਣਦੇ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਜੋ ਪੂਰੇ ਗੁਰੂ ਦੇ ਲੜ ਲੱਗੇ ਨੇ। ਅੱਜ ਅਨੇਕਾਂ ਹੀ ਦੇਹਧਾਰੀ ਗੁਰੂ ਬਣੇ ਫਿਰ ਰਹੇ ਨੇ, ਕੁਝ ਜੇਲ੍ਹਾਂ ਵਿੱਚ ਬੰਦ ਨੇ ਜੋ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ। ਪਰ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ, ਗੁਰਸਿੱਖਾ ਤੂੰ ਪੂਰੇ ਗੁਰੂ ਦੇ ਲੜ ਲੱਗਣਾ ਹੈ। ਜੋ ਅਸੀਂ ਦੋਹਰੇ ਚ ਵਚਨ ਪੜ੍ਹਦੇ ਹਾਂ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲ ਵੋ ਚਹਿ ਖੋਜ ਸ਼ਬਦ ਮੈਂ ਲੈ। ਵੀ ਪੂਰੇ ਗੁਰੂ ਦੇ ਲੜ ਲੱਗ ਕੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਕਮਾਇਆ, ਗੁਰੂ ਦੇ ਹੁਕਮਾਂ ਤੇ ਜੋ ਚੱਲੇ ਨੇ, ਉਹਨਾਂ ਨੂੰ ਮਿਲਾਪ ਦੀ ਦਾਤ ਪ੍ਰਾਪਤ ਹੋਈ ਹੈ। ਉਹ ਪਰਮਾਤਮਾ ਦੇ ਚਰਨਾਂ 'ਚ ਅਭੇਦ ਹੋ ਗਏ ਨੇ। ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਉਹ ਲੀਨ ਹੋ ਗਏ ਨੇ। ਉਹਨਾਂ ਨੇ ਮਿਲਾਪ ਦੇ ਆਨੰਦ ਨੂੰ ਮਾਣਿਆ ਜਿਹੜੇ ਪੂਰੇ ਗੁਰੂ ਦੇ ਹੁਕਮਾਂ ਤੇ ਚੱਲੇ ਨੇ। ਦੇਖੋ ਉਦਾਹਰਨ ਦੇ ਤੌਰ ਤੇ ਇੱਥੋਂ ਗੰਗਾ ਨਦੀ ਵਹਿੰਦੀ ਹੈ, ਯਮੁਨਾ ਗੋਦਾਵਰੀ ਹੈ, ਇੱਥੇ ਉਹਨਾਂ ਦੀ ਪਛਾਣ ਹੈ। ਪਰ ਜਦੋਂ ਜਾ ਕੇ ਨਦੀਆਂ ਸਮੁੰਦਰ ਵਿੱਚ ਮਿਲਦੀਆਂ ਨੇ, ਉੱਥੇ ਜਾ ਕੇ ਜੇ ਲੱਭੀਏ ਵੀ ਗੰਗਾ ਦਾ ਪਾਣੀ ਕਿਹੜਾ ਹੈ, ਸਤਲੁਜ ਦਰਿਆ ਦਾ ਪਾਣੀ ਕਿਹੜਾ ਹੈ, ਉੱਥੇ ਨਹੀਂ ਪਤਾ ਲੱਗੇਗਾ, ਕਿਉਂਕਿ ਉੱਥੇ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦੀਆਂ ਨੇ। ਇਸ ਤਰ੍ਹਾਂ ਜਿਹੜਾ ਭਗਤ ਹੈ, ਭਗਤ ਜਨ, ਉਹ ਨਾਮ ਜਪ ਜਪ ਕੇ
ਪਰਮੇਸ਼ਰ ਦੇ ਚਰਨਾਂ 'ਚ ਅਭੇਦ ਹੋ ਜਾਂਦਾ ਹੈ। ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ। ਹੁਣ ਗੁਰੂ ਸਾਹਿਬ ਨੇ ਅਖੀਰਲੀ ਪੰਕਤੀ ਸਾਨੂੰ ਸਮਝਾਇਆ ਹੈ, ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ ਪੁਰਬਲਾ ਕਰਮ, ਉਸ ਨੂੰ ਜੇਠ ਦਾ ਮਹੀਨਾ ਸੁਹਾਵਣਾ ਲੱਗਦਾ ਹੈ, ਉਸ ਨੂੰ ਪ੍ਰਭੂ ਮਾਲਕ ਮਿਲਦਾ ਹੈ। ਕਿਉਂਕਿ ਪ੍ਰਭੂ ਮਿਲਾਪ ਵਿੱਚ ਕਿਤੇ ਨਾ ਕਿਤੇ ਸਾਡੇ ਪੁਰਬਲੇ ਕਰਮ ਵੀ ਮਦਦਗਾਰ ਨੇ। ਪੁਰਬਲੇ ਕਰਮ ਜੋ ਅਸੀਂ ਕਰਕੇ ਆਏ, ਉਹਨਾਂ ਦੇ ਬਦੌਲਤ ਜਿਨ੍ਹਾਂ ਨੇ ਪਿੱਛੇ ਚੰਗੇ ਕਰਮ ਕੀਤੇ ਨੇ, ਪੁਰਬਲੇ ਕਰਮ ਜਿਨ੍ਹਾਂ ਦੇ ਜਾਗ ਗਏ ਨੇ, ਚੰਗੇ ਭਾਗ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ, ਜੋ ਪ੍ਰਭੂ ਚਰਨਾਂ 'ਚ ਅਭੇਦ ਹੋ ਗਏ ਨੇ, ਉਹਨਾਂ ਦੇ ਲਈ ਇਹ ਮਹੀਨਾ ਸੁਹਾਵਣਾ। ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ, ਭਾਈ ਇਸ ਮਹੀਨੇ ਦੇ ਅੰਦਰ ਜੇ ਤੂੰ ਆਤਮਿਕ ਆਨੰਦ ਚਾਹੁੰਦਾ ਹੈ, ਸੁੱਖ ਚਾਹੁੰਦਾ ਹੈ, ਫਿਰ ਉਸ ਪ੍ਰਮਾਤਮਾ ਦੇ ਨਾਲ ਜੋੜ ਜਿਹਦੇ ਅੱਗੇ ਸਮੁੱਚਾ ਸੰਸਾਰ ਝੁਕਦਾ ਹੈ, ਜਿਹਨੂੰ ਸਮਸਤ ਸੰਸਾਰ ਨਮਸਕਾਰ ਕਰਦਾ ਹੈ, ਜਿਹਦੇ ਅੱਗੇ ਸਮੁੱਚਾ ਸੰਸਾਰ ਨਤਮਸਤਕ ਹੁੰਦਾ ਹੈ। ਭਾਈ ਤੂੰ ਵੀ ਉਹਦੇ ਅੱਗੇ ਝੁਕ ਨਮਸਕਾਰ ਕਰ, ਉਹਦੇ ਨਾਲ ਜੁੜਨਾ ਕਰ, ਫਿਰ ਜੀਵਨ ਵਿੱਚ ਆਤਮਿਕ ਆਨੰਦ ਪੈਦਾ ਹੋਵੇਗਾ। ਸੋ ਅਰਦਾਸ ਕਰੀਏ ਸਤਿਗੁਰੂ ਜੀ ਕਿਰਪਾ ਕਰਨ, ਇਹ ਜੋ ਮਹੀਨਾ ਪ੍ਰਾਰੰਭ ਹੋਇਆ ਹੈ, ਇਹ ਸਭਨਾਂ ਦਾ ਸੁਖਮਈ ਆਨੰਦਮਈ ਬਾਣੀ ਪੜ੍ਹਨ ਦਾ ਬਤੀਤ ਕਰਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।